सतनाम। श्री वाहिगुरु जी। डंडाउत बंधन अनक बार, सर्ब कला समरथ डोलन ते राखो प्रभु। नानक दे कर हाथ, सगल द्वार कौ छाड़ के गहों तुहारो द्वार। बाहें गहे की लाज आस, गोबिंद दास तुहार। वाहिगुरु जी का खालसा, वाहिगुरु जी की फतेह। परम सन्मानयोग सतगुरु सच्चे पातशाह जी की साजी अते नवाजी होई गुरु प्यारी गुरु सवारी साध संगत जी, आओ बड़े प्रेम अते एकाग्रता दे नाल धन 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 साहिब सतगुरु श्री गुरु ग्रंथ साहिब महाराज जी की चल रही लड़ीवार पावन कथा वार्ता के तहत आपां कल दूसरे अंग दे पावन पवित्र चरण स्पर्श कीते सी। अज सतगुरु जी दे तीसरे अंग दे उपर जो अमृत रूप बाणी दर्ज है, उस पावन बाणी की विचार नाल आपां जुड़ना है। सो आओ बड़े प्रेम अते एकाग्रता दे नाल एक मन एक चित हो के लाहा लैण दा यतन करिए। सतगुरु सच्चे पातशाह जी अपनी अज दी विचार दे अंदर उच्चारण करदे हन। सुनिया सत संतोख ज्ञान। सतगुरु जी रहमत करते ने, इत्थे चार शब्दां दे विच सुनन दी अवस्था बयान कीती है। सतगुरु जी रहमत करते ने कि परमात्मा दा नाम ध्यान ला के सुनन दे नाल सुनिया कदों जांदा है? जदों असीं संगत रूप विच बैठ के गुरु साहब की हजूरी दे अंदर गुरबाणी नूं पाठ दे रूप विच, कीर्तन दे रूप विच, कथा दे रूप विच, वारां दे रूप विच सरवण करदे। सतगुरु जी कहंदे परमात्मा दे नाम दी वडियाई सुनन दे नाल, मन चित ला के सुनन दे नाल हिरदे दे विच परोपकार करन दा, सच दे मार्ग ते चलण दा, संतोख सबर रखण दा सुभाव प्रगट हो जाता है। हिरदा सच नाल भर जाता है। सुनिया 860 का इस्नान। कहंदे जदों असीं संगत रूपी मान सरोवर विच बैठ के अपना ध्यान जोड़ के परमात्मा दा नाम सुनदे हां, बाणी सुनदे हां, सुरत नूं ये महसूस हो जाता है भी मानो मैं 68 तीर्थां दा इशनान कर रही हाँ। भाव तीर्थ नावन जाओ, तीर्थ नाम है, नाम दे तीर्थ विच इशनान कर रही है सुरत। सुनिए पढ़ पढ़ पावै मानु। सतगुरु जी कहंदे जिहड़ा सत्कार विद्वान मनुख विद्या नूं पढ़ के विद्वान बन के संसार विचों प्राप्त करते ने, उस तो ज़्यादा किते मान सन्मान जिहड़े रब दे भगत जन ने, महापुरुष ने, वो अकाल पुरख की बंदगी विच जुड़ के बंदगी वाले मार्ग ते चल के पा लेंदे ने।
ਸੁਣਿਐ ਲਾਗੈ ਸਹਿਜ ਧਿਆਨ। ਨਾਮ ਦੇ ਵਿੱਚ ਜੁੜਨ ਦੇ ਨਾਲ ਕਹਿੰਦੇ ਸਾਡੀ ਸੁਰਤ ਜਿਹੜੀ ਡਾਮਾਡੋਲ ਹੁੰਦੀ ਹੈ, ਇਹ ਅਡੋਲ ਹੋ ਕੇ ਦ੍ਰਿੜਤਾ ਦੇ ਨਾਲ ਇੱਕ ਸ਼ਬਦ ਵਿੱਚ ਇੱਕ ਰਸ ਟਿਕ ਜਾਂਦੀ ਹੈ। ਡਿੱਗੇ ਨਾ ਡੋਲੈ, ਦ੍ਰਿੜ ਕਰ ਰਹੇ ਉਹ ਪੂਰਨ ਹੋਏ ਤਿਪਤਾਨੀ। ਇਸੇ ਕਰਕੇ ਤਾਂ ਆਪਾਂ ਅਰਦਾਸ ਕਰਦੇ ਹਾਂ ਕਿ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਨਾਨਕ ਸੁਣਿਐ ਲਾਗੈ ਸਹਿਜ ਧਿਆਨ। ਨਾਨਕ ਭਗਤਾ ਸਦਾ ਵਿਗਾਸ। ਹੇ ਨਾਨਕ, ਨਾਮ ਨੂੰ ਸੁਣਨ ਦੇ ਨਾਲ ਭਗਤ ਜਨਾਂ ਦੇ ਮਨਾਂ ਦਾ, ਮਤ ਬੁੱਧੀ ਦਾ ਸਦਾ ਵਿਗਾਸ ਹੁੰਦਾ ਹੈ, ਉਹਦੇ ਵਿੱਚ ਵਾਧਾ ਹੁੰਦਾ ਹੈ। ਉਹ ਕਿੱਦਾਂ? ਸਰੀਰ ਨੂੰ ਡਾਈਟ ਦੀ ਲੋੜ ਹੈ, ਡਾਈਟ ਖਾਵਾਂਗੇ ਸਰੀਰ ਦਾ ਵਿਕਾਸ ਹੋਵੇਗਾ, ਸਰੀਰ ਦੇ ਅੰਗਾਂ ਦਾ ਵਿਕਾਸ ਹੋਵੇਗਾ ਚੰਗੀ ਖੁਰਾਕ ਨਾਲ। ਤੇ ਸਾਡਾ ਜਿਹੜਾ ਬ੍ਰੇਨ ਹੈ, ਦਿਮਾਗ ਹੈ, ਸਾਡੀ ਸੁਰਤ ਹੈ, ਸਾਡਾ ਖਿਆਲ ਹੈ, ਇਹਦੀ ਖੁਰਾਕ ਹੈ ਨਾਮ। ਨਾਮ ਦੇ ਨਾਲ ਇਹ ਉਚਾਈਆਂ ਵੱਲ ਜਾਂਦੀ ਹੈ। ਮਤ ਉੱਚੀ ਹੁੰਦੀ ਹੈ ਤੇ ਮਨ ਨੀਵਾਂ ਹੁੰਦਾ ਹੈ। ਇਹਦੀ ਅਸਲੀ ਖੁਰਾਕ ਨਾਮ ਹੈ। ਹਰ ਕਾ ਨਾਮ ਭੋਜਨ ਨਿਤ ਪੂੰਚੋ, ਸਰਬ ਵੇਲਾ ਮੁਖ ਪਾਵੋ। ਜਰਾ ਮਰਾ ਤਾਪ ਸਭ ਨਾਠਾ, ਗੁਣ ਗੋਬਿੰਦ ਨਿਤ ਗਾਵੋ। ਨਾਨਕ ਭਗਤਾ ਸਦਾ ਵਿਗਾਸ। ਸੁਣਿਐ ਦੁਖ ਪਾਪ ਕਾ ਨਾਸ। ਅਕਾਲ ਪੁਰਖ ਵਾਹਿਗੁਰੂ ਜੀ ਦੀ ਸੱਚੀ ਸਿਫਤ ਸਲਾਹ ਸੁਣਨ ਦੇ ਨਾਲ ਸਾਡੇ ਸਾਰੇ ਦੁੱਖਾਂ ਪਾਪਾਂ ਦਾ ਨਾਸ਼ ਹੁੰਦਾ ਹੈ। ਸੁਣਿਐ ਸਰਾ ਗੁਣਾ ਕੇ ਗਾਹਾ। ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਵਿੱਚ ਸੁਰਤ ਜੋੜਨ ਦੇ ਨਾਲ, ਧਿਆਨ ਜੋੜਨ ਦੇ ਨਾਲ ਜਿਹੜਾ ਇੱਕ ਆਮ ਸਾਡੇ ਵਰਗਾ ਸਧਾਰਨ ਮਨੁੱਖ ਹੈ, ਉਹ ਬੇਅੰਤ ਗੁਣਾਂ ਵਾਲਾ ਹੋ ਜਾਂਦਾ ਹੈ, ਗੁਣਵਾਨ ਪੁਰਸ਼ ਬਣ ਜਾਂਦਾ ਹੈ। ਜਿਸ ਤਰ੍ਹਾਂ ਆਪਾਂ ਬਾਜ਼ਾਰ ਵਿੱਚੋਂ ਕੱਪੜਾ ਖਰੀਦ ਕੇ ਲੈ ਕੇ ਆਉਂਦੇ ਹਾਂ, ਉਹ ਇੱਕ ਆਮ ਕੱਪੜਾ ਹੁੰਦਾ ਹੈ। ਜਦੋਂ ਅਸੀਂ ਉਹਨੂੰ ਸਿਲਾਈ ਕਰਕੇ ਗੋਟਾ ਲਾ ਕੇ ਤਿਆਰ ਕਰ ਲੈਂਦੇ ਹਾਂ ਗੁਰੂ ਸਾਹਿਬ ਲਈ, ਜਦੋਂ ਗੁਰੂ ਸਾਹਿਬ ਦੇ ਸਰੂਪਾਂ ਦੇ ਨਾਲ ਛੂਹ ਜਾਂਦਾ ਹੈ ਤੇ ਛੂਹਣ ਦੇ ਨਾਲ ਹੀ ਉਹ ਰੁਮਾਲਾ ਸਾਹਿਬ ਬਣ ਜਾਂਦਾ ਹੈ। ਬਿਲਕੁਲ ਇਸੇ ਤਰ੍ਹਾਂ ਜਦੋਂ ਮਨੁੱਖ ਦੀ ਸੁਰਤ ਬਾਰ-ਬਾਰ ਗੁਰੂ ਦੇ ਸ਼ਬਦ ਦਾ ਸਪਰਸ਼ ਪ੍ਰਾਪਤ ਕਰਦੀ ਹੈ ਤੇ ਉਹ ਗੁਣਵਾਨ ਬਣ ਜਾਂਦੀ ਹੈ। ਮਨੁੱਖ ਵੀ ਗੁਣਵਾਨ ਬਣ ਜਾਂਦਾ ਗੁਰੂ ਨਾਲ ਜੁੜ ਕੇ। ਸੁਣਿਐ ਸ਼ੇਖ ਪੀਰ ਪਾਤਸ਼ਾਹ। ਕਹਿੰਦੇ ਸ਼ੇਖ ਪੀਰ ਅਤੇ ਪਾਤਸ਼ਾਹਾਂ ਦੀ ਪਦਵੀ ਹਾਸਲ ਹੋ ਜਾਂਦੀ ਹੈ ਨਾਮ ਨਾਲ ਜੁੜੇ ਹੋਏ ਮਨੁੱਖ ਨੂੰ। ਸੁਣਿਐ ਅੰਧੇ ਪਾਵਹਿ ਰਾਹ। ਕਹਿੰਦੇ ਪ੍ਰਮਾਤਮਾ ਦੇ ਨਾਮ ਨੂੰ ਸੁਣਨ ਦੇ ਨਾਲ, ਨਾਮ ਦੀ ਬਰਕਤ ਦੇ ਨਾਲ ਗਿਆਨ ਤੋਂ ਹੀਣਾ ਅੰਨਾ ਮਨੁੱਖ ਹੈ ਜਿਹੜਾ, ਉਹ ਵੀ ਅਕਲ ਵਾਲਾ ਹੋ ਜਾਂਦਾ ਹੈ। ਅਕਾਲ ਪੁਰਖ ਵੱਲੋਂ ਉਹਨੂੰ ਅਕਲ ਪ੍ਰਾਪਤ ਹੋ ਜਾਂਦੀ ਹੈ। ਸੁਣਿਐ ਹਾਥ ਹੋਵੇ ਅਸਗਾਹ। ਜਿਵੇਂ ਇੱਕ ਭਰਿਆ ਹੋਇਆ ਸਮੁੰਦਰ ਹੈ, ਕਿੱਡਾ ਵੱਡਾ ਸਮੁੰਦਰ ਹੈ, ਇਸੇ ਤਰ੍ਹਾਂ ਵਿਕਾਰਾਂ ਦਾ, ਪਾਪਾਂ ਦਾ, ਕਲਯੁਗ ਦਾ ਆ ਜਿਹੜਾ ਵੱਡਾ ਸਾਰਾ ਸਮੁੰਦਰ ਹੈ, ਜਿਹਦੇ ਵਿੱਚ ਸੁਰਤ ਡਿੱਕ ਡੋਲੇ ਖਾ ਰਹੀ ਹੈ, ਜੀਵ ਆਤਮਾ ਡਿੱਕ ਡੋਲੇ ਖਾ ਰਹੀ ਹੈ। ਨਾਮ ਨਾਲ ਜੁੜਨ ਦੇ ਨਾਲ ਐਡਾ ਵੱਡਾ ਵਿਕਾਰਾਂ ਦਾ, ਕਲਯੁਗ ਦਾ ਸਮੁੰਦਰ ਹੈ ਜਿਹੜਾ ਭਗਤਾਂ ਦੇ ਲਈ ਮੁੱਠੀ ਭਰ ਹੋ ਜਾਂਦਾ ਹੈ। ਇਹਦਾ ਕੁਝ ਨਹੀਂ ਵਿਗਾੜ ਸਕਦਾ, ਇਹ ਤੋਂ ਪਾਰ ਹੋ ਜਾਂਦੇ ਨੇ। ਨਾਨਕ ਭਵਜਲ ਪਾਰ ਪਰੈ, ਜੋ ਗਾਵੈ ਪ੍ਰਭ ਕੇ ਗੀਤ। ਨਾਨਕ ਭਗਤਾਂ ਸਦਾ ਵਿਗਾਸ। ਪਰਮਾਤਮਾ ਦੇ ਨਾਮ ਵਿੱਚ ਸੁਰਤ ਜੋੜਨ ਕਰਕੇ ਰੱਬ ਦੇ ਪਿਆਰੇ ਨੇ ਜਿਹੜੇ, ਉਹਨਾਂ ਦਾ ਹਿਰਦਾ ਖਿੜ ਜਾਂਦਾ ਹੈ। ਸੁਣਿਐ ਦੁਖ ਪਾਪ ਕਾ ਨਾਸ। ਪਰਮੇਸ਼ਰ ਦਾ ਨਾਮ ਸੁਣਨ ਦੇ ਨਾਲ ਸਾਡੇ ਸਾਰੇ ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਮੰਨੇ ਕੀ ਗਤ ਕਹੀ ਨਾ ਜਾਏ। ਉਸ ਮਨੁੱਖ ਦੀ ਉੱਚੀ ਅਵਸਥਾ ਕੋਈ ਵੀ ਬਿਆਨ ਨਹੀਂ ਕਰ ਸਕਦਾ ਜਿਹੜਾ ਪਰਮਾਤਮਾ ਦੇ ਨਾਮ ਨੂੰ ਸੁਣਦਾ ਹੈ, ਮੰਨਦਾ ਹੈ, ਹਿਰਦੇ ਵਿੱਚ ਧਾਰਨ ਕਰਦਾ ਹੈ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਲ। ਜੇ ਕੋ ਕਹੈ ਪਿਛੈ ਪਛਤਾਏ। ਜੇ ਕੋਈ ਮਨੁੱਖ ਨਾਮ ਵਿੱਚ ਜੁੜੇ ਹੋਏ ਗੁਰਮੁਖ ਪਿਆਰਿਆਂ ਦੀ, ਮਹਾਂਪੁਰਸ਼ਾਂ ਦੀ, ਭਾਵ ਉਹਨਾਂ ਦੀ ਅਵਸਥਾ ਬਾਰੇ ਬਿਆਨ ਕਰਨ ਬੈਠ ਵੀ ਜਾਏ ਤਾਂ ਉਹ ਅਵਸਥਾ ਦਾ ਅੰਤ ਨਹੀਂ ਪਾ ਸਕਦਾ। ਅਖੀਰ ਉਹਨੂੰ ਪਛਤਾਉਣਾ ਪੈਂਦਾ ਕਿ ਮੈਂ ਐਵੇਂ ਕੋਸ਼ਿਸ਼ ਕੀਤੀ ਪਰ ਮੈਂ ਉਹਨਾਂ ਦੀ ਉਸ ਅਵਸਥਾ ਤੱਕ ਪਹੁੰਚ ਨਹੀਂ ਸਕਦਾ। ਹੁਣ ਧਰਤੀ ਤੇ ਖਲੋਏ ਅਸੀਂ ਕਈ ਵਾਰ ਵੇਖੀਏ
ਕਈ ਵਾਰ ਸੂਰਜ ਬਹੁਤ ਨੇੜੇ ਲੱਗਦਾ ਸਾਨੂੰ, ਇਉਂ ਲੱਗਦਾ ਵੀ ਉਹ ਸਾਹਮਣੇ ਜਿਹੜਾ ਚੁਬਾਰਾ ਹੈ ਸ਼ਾਇਦ ਉਹ ਸੂਰਜ ਉਸ ਚੁਬਾਰੇ ਦੇ ਨੇੜੇ ਹੈ, ਅਸੀਂ ਉੱਥੇ ਜਾ ਕੇ ਉਹਨੂੰ ਪਕੜ ਲਵਾਂਗੇ, ਪਰ ਨਹੀਂ, ਸਾਡੇ ਮਨ ਦਾ ਭੁਲੇਖਾ ਹੈ, ਉਹ ਬਹੁਤ ਦੂਰ ਹੈ। ਇਸ ਕਰਕੇ ਨਾਮ ਨਾਲ ਜੁੜੇ ਹੋਇਆਂ ਦੀ ਸੁਰਤ ਬੜੀ ਉੱਚੀ ਹੈ, ਉਹਨਾਂ ਦੀ ਅਵਸਥਾ ਦਾ ਅਸੀਂ ਅੰਤ ਨਹੀਂ ਪਾ ਸਕਦੇ। ਕਾਗਦ ਕਲਮ ਨਾ ਲਿਖਣ ਹਾਰ, ਕਹਿੰਦੇ ਨਾਮ ਨਾਲ ਜੁੜੇ ਹੋਇਆਂ ਦੀ ਵਡਿਆਈਆਂ ਨੇ ਜਿਹੜੀਆਂ, ਉਹਨਾਂ ਦਾ ਤੇ ਕਾਗਜ਼ ਕਲਮ ਵੀ ਅੰਤ ਨਹੀਂ ਪਾ ਸਕਦੇ। ਮੰਨੇ ਕਾਵਹਿ ਕਰਨ ਵਿਚਾਰ, ਸਿਰਫ ਨਾਮ ਨਾਲ ਜੁੜੇ ਹੋਇਆਂ ਦੀ ਅਵਸਥਾ ਦੀ ਵਿਚਾਰ ਹੀ ਹੋ ਸਕਦੀ ਹੈ, ਬੈਠ ਕੇ ਗੁਰਮੁਖਾਂ ਮਹਾਂਪੁਰਸ਼ਾਂ ਦੇ ਜੀਵਨ ਦੀ ਵਿਚਾਰ ਹੀ ਹੋ ਸਕਦੀ ਹੈ। ਐਸਾ ਨਾਮ ਨਿਰੰਜਨ ਸੋਏ, ਅਕਾਲ ਪੁਰਖ ਦਾ ਨਾਮ ਬੜਾ ਉੱਚਾ ਹੈ, ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਇਸ ਵਿੱਚ ਜੁੜਨ ਨਾਲ ਸਾਡੀ ਵੀ ਆਤਮਿਕ ਅਵਸਥਾ ਉਹਦੇ ਵਿੱਚ ਵਾਧਾ ਹੁੰਦਾ ਹੈ, ਅਸੀਂ ਵੀ ਉੱਚੇ ਹੁੰਦੇ ਹਾਂ ਤੇ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਹੋ ਜਾਂਦੇ ਹਾਂ। ਜੇ ਕੋ ਮਨ ਜਾਣੈ ਮਨ ਕੋਏ, ਜੇ ਕੋਈ ਮਨੁੱਖ ਆਪਣੇ ਅੰਦਰ ਪਰਮਾਤਮਾ ਦੇ ਨਾਮ ਦੇ ਨਾਲ ਆਪਣੀ ਲਗਨ ਲਾਉਂਦਾ ਹੈ, ਸੁਰਤ ਲਾਉਂਦਾ ਹੈ, ਮੰਨੈ ਸੁਰਤ ਹੋਵੇ ਮਨ ਬੁੱਧ, ਕਹਿੰਦੇ ਪਰਮਾਤਮਾ ਦੇ ਨਾਮ ਨੂੰ ਸੁਣਨ ਤੋਂ ਬਾਅਦ ਮੰਨਣ ਦੇ ਨਾਲ, ਹਿਰਦੇ ਵਿੱਚ ਵਸਾਉਣ ਦੇ ਨਾਲ ਉਹਦੀ ਸੁਰਤ ਉੱਚੀ ਹੋ ਜਾਂਦੀ ਹੈ ਤੇ ਉਸ ਦੇ ਮਨ ਵਿੱਚ ਸੱਚ ਦੀ ਜਾਗਰਤੀ ਪੈਦਾ ਹੁੰਦੀ ਹੈ, ਜਿਹਨੂੰ ਕ੍ਰਾਂਤੀ ਕਹਿੰਦੇ ਆ, ਵਕਾਰਾਂ ਦੇ ਖਿਲਾਫ, ਤੇ ਮਨ ਮਾਇਆ ਦੇ ਪ੍ਰਭਾਵ ਵਿੱਚ ਜਿਹੜਾ ਸੁੱਤਾ ਪਿਆ ਜਾਗ ਪੈਂਦਾ ਹੈ। ਮੰਨੈ ਸਗਲ ਭਵਨ ਕੀ ਸੁਧ, ਤਿੰਨਾਂ ਭਵਨਾਂ ਦੀ ਸੋਝੀ ਆ ਜਾਂਦੀ ਹੈ। ਨਾਮ ਨਾਲ ਜੁੜਨ ਵਾਲਿਆਂ ਨੂੰ ਪਤਾ ਚੱਲ ਜਾਂਦਾ ਵੀ ਖੰਡਾਂ ਬ੍ਰਹਿਮੰਡਾਂ ਹਰ ਥਾਂ ਵਿੱਚ ਪ੍ਰਮਾਤਮਾ ਸਰਬ ਵਿਆਪਕ ਹੈ। ਮੰਨੈ ਮੋਹੇ ਚੋਟਾ ਨਾ ਖਾਏ, ਉਹ ਮਨੁੱਖ ਸੰਸਾਰ ਵਿੱਚ ਕਦੇ ਵਕਾਰਾਂ ਵਾਲੇ ਪਾਸਿਓਂ ਚੋਟਾਂ ਨਹੀਂ ਖਾ ਸਕਦਾ, ਵਕਾਰਾਂ ਤੋਂ ਧੋਖਾ ਨਹੀਂ ਖਾ ਸਕਦਾ, ਕਦੇ ਵੀ ਉਹ ਡਿੱਗਦਾ ਨਹੀਂ, ਢਹਿੰਦਾ ਨਹੀਂ, ਜਿਹਦਾ ਹਿਰਦਾ ਨਾਮ ਵਿੱਚ ਜੁੜਿਆ ਹੈ। ਮੰਨੈ ਜਮ ਕੈ ਸਾਥ ਨਾ ਜਾਏ, ਤੇ ਜਮਾਂ ਦੇ ਨਾਲ ਉਹਦਾ ਵਾਹ ਵਾਸਤਾ ਨਹੀਂ ਪੈਂਦਾ, ਭਾਵ ਜਨਮ ਮਰਨ ਤੋਂ ਰਹਿਤ ਹੋ ਜਾਂਦਾ। ਜੰਮਣ ਮਰਨ ਨਾ ਤਿਨਕੋ, ਜੋ ਹਰ ਲੜ ਲਾਗੇ, ਜੀਵਤ ਹੀ ਪ੍ਰਵਾਨ ਹੋਏ, ਹਰ ਕੀਰਤਨ ਜਾਗੇ। ਐਸਾ ਨਾਮ ਨਿਰੰਜਨ ਹੋਏ, ਕਹਿੰਦੇ ਪਰਮਾਤਮਾ ਦਾ ਵਡਿਆਈਆਂ ਨਾਲ ਭਰਿਆ ਹੋਇਆ, ਮਾਇਆ ਤੋਂ ਰਹਿਤ ਐਸਾ ਨਾਮ ਹੈ। ਜੇ ਕੋ ਮਨ ਜਾਣੈ ਮਨ ਕੋਏ, ਜਿਹੜਾ ਮੰਨਦਾ ਹੈ, ਇਹਨੂੰ ਹਿਰਦੇ ਵਿੱਚ ਵਸਾਉਂਦਾ ਹੈ, ਉਸੇ ਦੀ ਇਹਦੇ ਨਾਲ ਲੱਗਣ ਲੱਗਦੀ ਹੈ। ਮੰਨੈ ਮਾਰਗ ਠਾਕ ਨਾ ਪਾਏ, ਜੇ ਮਨੁੱਖ ਉਹਦਾ ਮਨ ਨਾਮ ਵਿੱਚ ਪਤੀਜ ਜਾਏ, ਭਿੱਜ ਜਾਏ, ਨਾਮ ਵਿੱਚ ਰੰਗਿਆ ਜਾਏ, ਜਾਂ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਜਿਹੜੀ ਵੀ ਉਹ ਕੋਈ ਚੰਗੀ ਵਿਚਾਰ ਕਰਦਾ, ਉਹਦੇ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ। ਮੰਨੈ ਪਤ ਸਿਉ ਪ੍ਰਗਟ ਜਾਏ, ਤੇ ਸੰਸਾਰ ਵਿੱਚ ਉਹਦੀ ਸ਼ੋਭਾ ਪ੍ਰਗਟ ਹੁੰਦੀ ਹੈ, ਇੱਜ਼ਤ ਖੱਟਦਾ ਹੈ, ਬੇਦਾਗ ਜੀਵਨ ਬਣ ਜਾਂਦਾ ਹੈ। ਮੰਨੈ ਮਗਨੈ ਚੱਲੈ ਪੰਥ, ਉਹ ਫਿਰ ਦੁਨੀਆ ਦੇ ਵੱਖੋ ਵੱਖਰੇ ਮਜ਼ਹਬਾਂ ਦੇ ਰਾਹ ਤੇ ਨਹੀਂ ਤੁਰਦਾ, ਭਟਕਦਾ ਨਹੀਂ, ਇੱਕ ਮਾਰਗ ਦਾ ਪਾਂਧੀ ਬਣ ਜਾਂਦਾ, ਉਹਦੀ ਵਿਲੱਖਣਤਾ ਬਣ ਜਾਂਦੀ ਹੈ। ਮੰਨੇ ਪਾਵਹਿ ਮੰਨੈ ਧਰਮ ਸੇਤੀ ਸੰਬੰਧ, ਉਸ ਮਨੁੱਖ ਦਾ ਫਿਰ ਜਿਹੜਾ ਇੱਕ ਮਾਰਗ ਦਾ ਪਾਂਧੀ ਬਣ ਜਾਂਦਾ, ਸੱਚ ਦੇ ਮਾਰਗ ਤੇ ਤੁਰਦਾ, ਉਹਦਾ ਧਰਮ ਦੇ ਨਾਲ ਸੰਬੰਧ ਬਣ ਜਾਂਦਾ, ਨਾਤਾ ਜੁੜ ਜਾਂਦਾ। ਐਸਾ ਨਾਮ ਨਿਰੰਜਨ ਹੋਏ, ਪਰਮਾਤਮਾ ਦਾ ਨਾਮ ਵਡਿਆਈਆਂ ਨਾਲ ਭਰਿਆ, ਇੰਨਾ ਉੱਚਾ ਸੁੱਚਾ ਹੈ। ਜੇ ਕੋ ਮਨ ਜਾਣੈ ਮਨ ਕੋਏ, ਜਿਹੜਾ ਇਹਨੂੰ ਮੰਨਦਾ ਤੇ ਜਪਦਾ ਹੈ, ਉਸੇ ਨੂੰ ਹੀ ਇਸ ਰਸ ਦਾ ਪਤਾ ਲੱਗਦਾ ਹੈ। ਮੰਨੈ ਪਾਵਹਿ ਮੋਖ ਦੁਆਰ, ਪਰਮਾਤਮਾ ਦੇ ਨਾਮ ਵਿੱਚ ਜਿਹਦੀ ਲਗਨ ਲੱਗ ਗਈ, ਉਸ ਮਨੁੱਖ ਦਾ ਮਨ ਕੂੜ ਤੋਂ ਪਰੇ ਹੋ ਜਾਂਦਾ ਹੈ, ਭਾਵ ਮੁਕਤੀ ਵਾਲੇ ਮਾਰਗ ਤੇ ਤੁਰ ਪੈਂਦਾ ਹੈ। ਮੰਨੈ ਪਰਾਵਾਰੈ ਸਾਧਾਰ, ਇਹੋ ਜਿਹੇ ਮਨੁੱਖ ਦਾ ਆਪਣਾ ਤੇ ਉਧਾਰ ਹੁੰਦਾ ਹੈ, ਉਹਦੇ ਪਰਿਵਾਰ ਦਾ ਵੀ ਸੁਧਾਰ ਕਰ ਦਿੰਦਾ ਪਰਮੇਸ਼ਰ, ਨਾਮ ਜਪਣ ਵਾਲੇ ਦਾ। ਮੰਨੈ ਤਰੈ ਤਾਰੇ ਗੁਰਸਿੱਖ, ਨਾਮ ਵਿੱਚ ਜਿਹਦਾ ਮਨ ਜੁੜਿਆ ਹੈ, ਉਹ ਸੱਚਾ ਗੁਰਸਿੱਖ ਮਹਾਂਪੁਰਸ਼ ਪੁੱਜਿਆ ਹੋਇਆ ਹੈ, ਜਿਹੜਾ ਆਪ ਵੀ ਤਰਦਾ ਤੇ ਜਿਹੜੇ ਉਹਦੀ ਸੰਗਤ ਕਰਦੇ ਨੇ ਉਹਨਾਂ ਨੂੰ ਵੀ ਤਾਰ ਜਾਂਦਾ ਹੈ। ਮੰਨੈ ਨਾਨਕ ਭਵਹਿ ਨਾ ਭਿਖ, ਜਿਹੜਾ ਮਨੁੱਖ ਗੁਰੂ ਵਾਲਾ ਹੈ, ਉਹ ਕਦੇ ਵੀ ਸੰਸਾਰ ਵਿੱਚ ਕਿਸੇ ਮੂਹਰੇ ਹੱਥ ਅੱਡ ਕੇ ਮੰਗਤਾ ਨਹੀਂ ਬਣਦਾ, ਕਦੇ ਗੁਰਸਿੱਖ ਮੰਗਦਾ ਨਹੀਂ। ਗੁਰਸਿੱਖ ਨੂੰ ਆਪਣੀ ਮਾਰ ਕੇ ਖਾਣੀ ਸਿਖਾਈ ਹੈ।
ਐਸਾ ਨਾਮ ਨਿਰੰਜਨ ਹੋਏ। ਇਹੋ ਜਿਹਾ ਸੱਚਾ ਨਾਮ ਪਰਮਾਤਮਾ ਨੇ ਝੋਲੀ ਪਾਇਆ ਹੈ। ਜੇ ਕੋ ਮਨ ਜਾਣੈ ਮਨ ਕੋਏ, ਜਿਹੜਾ ਇਸ ਨਾਮ ਨੂੰ ਮੰਨਦਾ ਹੈ ਉਸੇ ਦੀ ਇਹਦੇ ਵਿੱਚ ਲਗਨ ਲੱਗਦੀ ਹੈ। ਪੰਜ ਪਰਵਾਨ ਪੰਜ ਪ੍ਰਧਾਨ, ਜਿਨ੍ਹਾਂ ਮਨੁੱਖਾਂ ਦੀ ਸੁਰਤ ਨਾਮ ਵਿੱਚ ਜੁੜੀ ਰਹਿੰਦੀ ਹੈ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਵਾਸਤੇ ਲਗਨ ਲੱਗ ਜਾਂਦੀ ਹੈ, ਉਹੀ ਮਨੁੱਖ ਇਸ ਜਗਤ ਦੇ ਵਿੱਚ ਮੰਨੇ ਪਰਮੰਨੇ ਆਗੂ ਜਾਣੇ ਜਾਂਦੇ ਨੇ। ਪੰਜ ਵਿਅਕਤੀ ਚੋਣਵੇਂ। ਇਸੇ ਕਰਕੇ ਪਿੰਡਾਂ ਵਿੱਚ ਵੀ ਆਪਾਂ ਕਈ ਵਾਰ ਵੇਖਦੇ ਹਾਂ ਪੰਚਾਇਤਾਂ ਬਣਦੀਆਂ ਨੇ, ਪੰਚਾਇਤ ਪੰਜ ਚੁਣੇ ਜਾਂਦੇ ਨੇ, ਪਰ ਇੱਥੇ ਗੁਰੂ ਕਲਗੀਧਰ ਪਾਤਸ਼ਾਹ ਨੇ ਪੰਜ ਪਿਆਰੇ ਸਾਹਿਬਾਨ ਚੁਣੇ। ਗੁਰਗੱਦੀ ਗਿਆਨ ਨੂੰ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ, ਤੇ ਗੁਰਤਾ ਪ੍ਰਧਾਨਤਾ ਪੰਥ ਨੂੰ ਦਿੱਤੀ। ਪੰਜ ਪਿਆਰੇ ਸਾਹਿਬਾਨ ਉਹ ਜਿਨ੍ਹਾਂ ਪੰਜਾਂ ਦੇ ਲਈ ਗੁਰੂ ਤੋਂ ਵੱਧ ਕੇ ਕੋਈ ਨਾ ਹੋਵੇ, ਜਿਨ੍ਹਾਂ ਦੇ ਰੋਮ ਰੋਮ ਵਿੱਚ ਗੁਰੂ ਦਾ ਪਿਆਰ, ਗੁਰੂ ਦੀ ਬਾਣੀ, ਗੁਰੂ ਦਾ ਗਿਆਨ, ਗੁਰੂ ਦੇ ਬਖਸ਼ੇ ਸਿਧਾਂਤ ਅਸੂਲ ਸਮੋਏ ਹੋਣ, ਉਹ ਪੰਜ ਪ੍ਰਧਾਨ ਨੇ, ਉਹ ਪੰਜ ਪਿਆਰੇ ਗੁਰੂ ਦਾ ਰੂਪ ਨੇ। ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ। ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਉਹ ਪੰਜੇ ਆਦਰ ਪਾਉਂਦੇ ਹਨ। ਪੰਚੇ ਸੋਹੈ ਦਰ ਰਾਜਾਨ, ਰਾਜ ਦਰਬਾਰਾਂ ਵਿੱਚ, ਵੱਡਿਆਂ ਵੱਡਿਆਂ ਦਰਬਾਰਾਂ ਵਿੱਚ ਵੀ ਉਹਨਾਂ ਦੀ ਸ਼ੋਭਾ ਹੁੰਦੀ ਹੈ। ਪੰਚਾਂ ਕਾ ਗੁਰ ਏਕ ਧਿਆਨ, ਕਿਉਂਕਿ ਪੰਜਾਂ ਦਾ ਜਿਹੜਾ ਸੁਰਤ ਨਿਸ਼ਾਨਾ ਕੇਵਲ ਇੱਕੋ ਹੀ ਗੁਰੂ ਹੈ, ਉਹਨਾਂ ਦੀ ਵਿਚਾਰਧਾਰਾ ਇੱਕ ਹੈ। ਜੇ ਕੋ ਕਹੈ ਕਰੈ ਵਿਚਾਰ ਭਾਵੇ, ਕੋਈ ਇਹ ਵਿਚਾਰਧਾਰਾ ਨੂੰ ਕਥਨ ਕਰਕੇ ਵੇਖ ਲਏ, ਵਿਚਾਰ ਕੇ ਵੇਖ ਲਏ। ਕਰਤੈ ਕੈ ਕਰਨੈ ਨਾਹੀ ਸੁਮਾਰ, ਭਾਵੇਂ ਕੋਈ ਕਥਨ ਕਰਕੇ ਵੇਖ ਲਵੇ, ਭਾਵੇਂ ਕੋਈ ਇਸ ਗੱਲ ਨੂੰ ਵਿਚਾਰ ਕੇ ਵੇਖ ਲਏ, ਅਕਾਲ ਪੁਰਖ ਦੀ ਜਿਹੜੀ ਕੁਦਰਤ ਹੈ ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਧੌਲ ਧਰਮ ਦਇਆ ਕਾ ਪੂਤ, ਸਤਿਗੁਰੂ ਜੀ ਕਹਿੰਦੇ ਅਸਲੀ ਧੌਲ ਧਰਮ ਹੈ ਤੇ ਉਹ ਦਇਆ ਦਾ ਪੁੱਤਰ ਹੈ। ਜਿਵੇਂ ਲੋਕੀ ਕਹਿੰਦੇ ਨੇ ਜੀ ਧਰਤੀ ਧੌਲੇ ਬਲਦ ਦੇ ਸਿਰ ਤੇ ਖਲੋਤੀ ਹੈ, ਉਹਦੇ ਬਾਰੇ ਵੀ ਮਹਾਰਾਜ ਅੱਗੇ ਸਪਸ਼ਟ ਕਰਨਗੇ। ਸੰਤੋਖ ਥਾਪ ਰੱਖਿਆ ਜਿਨ ਸੂਤ, ਇਸ ਧਰਮ ਨੇ ਆਪਣੀ ਮਰਿਆਦਾ ਅਨੁਸਾਰ ਸੰਤੋਖ ਨੂੰ ਅੱਗੇ ਜਨਮ ਦਿੱਤਾ ਹੈ। ਜੇ ਕੋ ਬੂਝੈ ਹੋਵੇ ਸੱਚਿਆਰ, ਜਿਹੜਾ ਅਸਲ ਗਿਆਨ ਨੂੰ ਬੁੱਝ ਲੈਂਦਾ ਉਹ ਸੱਚਿਆਰ ਬਣ ਜਾਂਦਾ ਹੈ, ਸੱਚਾ ਮਨੁੱਖ ਬਣ ਜਾਂਦਾ ਹੈ। ਧਵਲੇ ਉੱਪਰ ਕੀਤਾ ਭਾਰ, ਕਹਿੰਦੇ ਦੁਨੀਆ ਖਿਆਲ ਕਰਦੀ ਹੈ ਵੀ ਸਾਰੀ ਧਰਤੀ ਦਾ ਬੋਝ ਧੌਲੇ ਬਲਦ ਨੇ ਆਪਣੇ ਸਿੰਘਾਂ ਤੇ ਚੁੱਕਿਆ, ਵੀ ਭਾਵ ਬਲਦ ਦੇ ਸਿੰਘਾਂ ਤੇ ਧਰਤੀ ਖਲੋਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕਹਿੰਦੇ ਜੇ ਇਹ ਗੱਲ ਸੱਚੀ ਹੁੰਦੀ ਵੀ ਬਲਦ ਦੇ ਸਿੰਘਾਂ ਤੇ ਧਰਤੀ ਖਲੋਤੀ ਹੁੰਦੀ, ਧਰਤੀ ਹੋਰ ਪਰੈ ਹੋਰ ਹੋਰ, ਫਿਰ ਬਲਦ ਨੂੰ ਸਹਾਰਾ ਦੇਣ ਲਈ ਉਹਦੇ ਹੇਠਾਂ ਵੀ ਕੁਝ ਨਾ ਕੁਝ ਕੋਈ ਧਰਤੀ ਚਾਹੀਦੀ ਸੀ, ਫਿਰ ਉਸ ਧਰਤੀ ਹੇਠਾਂ ਵੀ ਬਲਦ ਚਾਹੀਦਾ ਸੀ। ਕਹਿੰਦੇ ਇਸ ਤਰ੍ਹਾਂ ਤੇ ਨਹੀਂ ਹੋ ਸਕਦਾ। ਇਹਦਾ ਮਤਲਬ ਜਿਹੜੀ ਧਰਤੀ ਹੈ ਇਹ ਧਰਮ ਤੇ ਨਾਮ ਦੇ ਸਹਾਰੇ ਖੜੀ ਹੈ, ਨਾਮ ਦੇ ਆਸਰੇ। ਤਿਸ ਤੇ ਭਾਰ ਤਲੈ ਕਵਣ ਜੋਰ, ਇਸ ਤਰ੍ਹਾਂ ਅਖੀਰਲੇ ਬਲਦ ਤੋਂ ਭਾਰ ਸਹਾਰਨ ਦੇ ਲਈ ਹੇਠ ਕੇ ਕਿਹੜਾ ਆਸਰਾ ਹੋ ਸਕਦਾ ਹੈ। ਜੀ ਜਾਤ ਰੰਗਾਂ ਕੇ ਨਾਮ, ਕਈ ਜਾਤਾਂ ਦੇ, ਕਈ ਕਿਸਮਾਂ ਦੇ ਜੀਵ, ਕਈ ਨਾਵਾਂ ਦੇ ਜੀਵ ਪਰਮੇਸ਼ਰ ਨੇ ਧਰਤੀ ਤੇ ਸਾਜੇ ਹਨ। ਸਭਨਾ ਲਿਖਿਆ ਬੁੜੀ ਕਲਾਮ, ਇਹਨਾਂ ਸਭਨਾ ਨੇ ਇੱਕ ਤਾਰ ਚਲਦੀ ਕਲਮ ਨਾਲ ਅਕਾਲ ਪੁਰਖ ਵਾਹਿਗੁਰੂ ਤੋਂ ਆਪਣਾ ਲੇਖਾ ਲਿਖਾਇਆ ਹੈ। ਇਹ ਲੇਖਾ ਲਿਖ ਜਾਣਾ ਕੋਈ ਕੋਈ ਵਿਰਲਾ ਮਨੁੱਖ ਹੀ ਇਹ ਲੇਖਾ ਲਿਖਣਾ ਜਾਣਦਾ ਹੈ। ਪਰਮਾਤਮਾ ਦੀ ਕੁਦਰਤ ਦਾ ਕੋਈ ਅੰਤ ਨਹੀਂ ਪਾ ਸਕਦਾ। ਲੇਖਾ ਲਿਖਿਆ ਕੀਤਾ ਹੋਏ, ਕਹਿੰਦੇ ਜਿਹੜਾ ਲੇਖਾ ਲਿਖਿਆ ਆਪਣੀ ਕਿਸਮਤ, ਉਹਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ। ਕੀਤਾ ਤਾਣ ਸਵਾਲਿਓ ਰੂਪ, ਅਕਾਲ ਪੁਰਖ ਬੜਾ ਬੇਅੰਤ ਹੈ, ਬੜਾ ਉਹਦਾ ਸੁੰਦਰ ਰੂਪ ਹੈ। ਸੋਹਣੇ ਨੱਕ ਜਿਨ ਲੰਮੜੇ ਵਾਲਾ, ਬੜਾ ਸੁੰਦਰ ਸਰੂਪ ਹੈ। ਕੀਤੀ ਦਾਤ ਜਾਣੈ ਕੌਣ ਕੂਤ, ਬੇਅੰਤ ਉਸ ਦੀ ਦਾਤ ਹੈ, ਉਹਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ। ਕੀਤਾ ਪਸਾਓ ਏਕੋ ਕਵਾਓ, ਅਕਾਲ ਪੁਰਖ ਨੇ ਆਪਣੇ ਹੁਕਮ ਦੇ ਨਾਲ ਸਾਰਾ ਸੰਸਾਰ ਸਾਜ ਦਿੱਤਾ ਹੈ। ਤਿਸ ਤੇ ਹੋਏ ਲੱਖ ਦਰਿਆਓ, ਉਸ ਦੇ ਹੁਕਮ ਨਾਲ ਲੱਖਾਂ ਦਰਿਆ ਬਣ ਗਏ।
कुदरत कवन कहा विचार। मेरी की औकात है, मेरी की ताकत है कि मैं कुदरत दी विचारधारा का अंत पा सका। बारिया ना जावा एक बार, हे अकाल पुरख मैं तो तेरे उत्तों एक बारी भी सदके होण जोगा नहीं। मेरी हस्ती की है, मैं ते तुच्छ जा जीव हाँ। जो तुद भावै साई भली कार, जो तेनू चंगा लगदा है उही हुक्म वरतदा है। तू सदा सलामत निरंकार, हे निरंकार जी तुसी सदा सलामत अटल रहन वाले हो। असंख जप असंख भाओ, अकाल पुरख वाहिगुरु जी जिन्हां ने रचना रची है। अणगिणत जीव ओदा सिमरन करते ने, बेअंत जीव ने जिन्हां ने हिरदे विच ओदी प्रेमा भगती नूं धारिया है। असंख पूजा असंख तप ताओ, कई जीव ओदी पूजा करते ने कई तरीकिਆਂ नाल। कई जीव ने जिहड़े तप साधना साधते ने उहनूं पाउण दे लई। असंख ग्रंथ मुख वेद पाठ, बेअंत जीवन नूं खुश करन दे लई वेदां ग्रंथां दा पाठ करते ने। धार्मिक पुस्तकां मूँह दे नाल पढ़ के पाठ करते ने। असंख जोग मन रहे उदास, जोग दे साधना साधते ने। बेअंत मनुख जोग साधना साध के संसार वालों प्राम हुंदे ने कि परमात्मा नूं पा लईए ते खुश कर लईए। सो इस तरह बेअंत ही बाणी का ज्ञान है, बड़ा ही उच्चा सुच्चा ते डूंगा ज्ञान है। इसकी गहराई नूं नापिया नहीं जा सकता। इस पावन बाणी के ज्ञान नाल जुड़ के अपने जीवन नूं सोहना बनाइए, सवारीए, गुरु साहब दीआं खुशियां दे असीं पात्र बणीए। अज तीसरे अंग की कथा सतगुरु जी ने आप सिर ते हथ रख के करवाई है। गुरु साहब इसे तरह निरंतर रहमत करी जान, सेवा बख्शी जान। गुरु साहब की कृपा रहे। कल नूं अगले अंग की विचार करांगे। भुल्लां चुकां दी खिमा। वाहिगुरु जी का खालसा, वाहिगुरु जी की फतेह।